ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪ ਜੀ ਸਰਵਣ ਕਰ ਰਹੇ ਹੋ 795 ਅੰਗ ਤੇ ਤੀਸਰਾ ਸ਼ਬਦ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਬਿਲਾਵਲ ਦਾ ਪ੍ਰਾਰੰਭ ਹੋ ਰਿਹਾ ਹੈ। ਸਰਵਣ ਕਰੀਏ ਗੁਰੂ ਬਾਬਾ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹਲਾ ਪਹਿਲਾ। ਆਪੇ ਸ਼ਬਦ ਆਪੇ ਨਿਸ਼ਾਨ। ਰਾਗ ਬਿਲਾਵਲ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਨ ਕਰ ਰਹੇ ਨੇ। ਹੇ ਵਾਹਿਗੁਰੂ, ਤੂੰ ਆਪ ਹੀ ਸ਼ਬਦ ਰੂਪ ਹੋ ਕੇ, ਨਿਰਾਕਾਰ ਰੂਪ ਹੋ ਕੇ, ਨਿਰਗੁਣ ਸਵਰੂਪ ਹੋ ਕੇ ਸਾਰੇ ਪਾਸੇ ਵਰਤ ਰਿਹਾ ਹੈ। ਸ਼ਬਦ ਨਾਮ ਬ੍ਰਹਮ ਦਾ ਹੈ, ਵਿਆਪਕ, ਜਿਸ ਦਾ ਕੋਈ ਰੂਪ ਰੰਗ ਚਿਹਨ ਵਰਣ ਨਹੀਂ ਹੈ, ਜਿਸ ਦੀ ਕੋਈ ਮੂਰਤ ਨਹੀਂ ਹੈ। ਉਹ ਸ਼ਬਦ ਰੂਪ ਨਿਰਾਕਾਰ ਨਿਰਗੁਣ ਸਵਰੂਪ ਹੋ ਕੇ ਤੂੰ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ। ਨਿਸ਼ਾਨ ਪ੍ਰਗਟ ਨੂੰ ਕਹਿੰਦੇ ਹੈ। ਵਾਹਿਗੁਰੂ ਤੂੰ ਪ੍ਰਗਟ ਵੀ ਹੈ, ਨਿਰਾਕਾਰ ਸਰੂਪ ਵਿੱਚ ਅਰੂਪ ਹੈ, ਪਰ ਇਹ ਸਾਰਾ ਜਗਤ ਜਿਤਨਾ ਆਕਾਰ ਹੈ ਇਹ ਤੇਰਾ ਸਰਗੁਣ ਸਵਰੂਪ ਹੈ। ਮਹਾਂਪੁਰਸ਼ ਵਿਰਾਟ ਰੂਪ ਦੱਸਦੇ ਅਕਾਲ ਪੁਰਖ ਦਾ। ਆਕਾਸ਼ ਸੀਸ ਹੈ ਅਕਾਲ ਪੁਰਖ ਦਾ, ਪਾਤਾਲ ਉਹਦੇ ਚਰਨ ਹਨ, ਧਰਤੀ ਉਸ ਦਾ ਪ੍ਰਿਸ਼ਟ ਭਾਗ ਹੈ, ਪਹਾੜ ਉਹਦੇ ਸਰੀਰ ਦੀਆਂ ਹੱਡੀਆਂ ਹਨ, ਸਮੁੰਦਰ ਉਸ ਦਾ ਪੇਟ ਹੈ, ਵਾਯੂ ਉਸ ਦੇ ਸਵਾਸ ਹਨ, ਔਰ ਜਿਤਨੀਆਂ ਨਦੀਆਂ ਹਨ ਉਸ ਦੇ ਸਰੀਰ ਦੀਆਂ ਧਵਨੀਆਂ ਹਨ, ਨਾੜੀਆਂ ਹਨ। ਜਿਤਨੀ ਬਨਸਪਤੀ ਹੈ ਉਸ ਦੇ ਸਰੀਰ ਦੀ ਰੋਮਾਵਲੀ ਹੈ, ਔਰ ਇਹ ਜਿਤਨਾ ਆਕਾਰ ਹੈ ਉਸ ਵਾਹਿਗੁਰੂ ਦਾ ਸਰਗੁਣ ਸਵਰੂਪ ਹੈ। ਤਦੇ ਗੁਰੂ ਬਾਬਾ ਜੀ ਨੇ ਬਚਨ ਕਹੇ ਹਨ, ਹੇ ਵਾਹਿਗੁਰੂ, ਤੇਰੀਆਂ ਹਜ਼ਾਰਾਂ ਅੱਖਾਂ ਹਨ, ਜਦੋਂ ਤੂੰ ਸਰਗੁਣ ਰੂਪ ਵਿੱਚ ਵਰਤਦਾ ਹੈ ਤਾਂ ਜਿਤਨੇ ਜੀਵਾਂ ਦੀਆਂ ਅੱਖਾਂ ਨੇ ਉਹ ਸਭ ਉਸੇ ਦੀਆਂ ਹਨ, ਪਰ ਜਦੋਂ ਤੂੰ ਨਿਰਾਕਾਰ ਸਰੂਪ ਵਿੱਚ ਹੋਵੇਂ ਉਦੋਂ ਤੇਰੀ ਇੱਕ ਵੀ ਅੱਖ ਨਹੀਂ, ਕਿਉਂਕਿ ਉਦੋਂ ਕੋਈ ਰੂਪ ਰੰਗ ਹੀ ਨਹੀਂ ਹੈ। ਵਾਹਿਗੁਰੂ ਆਪ ਹੀ ਨਿਰਾਕਾਰ ਸਵਰੂਪ ਹੈ। ਸ਼ਬਦ ਨਿਸ਼ਾਨ ਆਪ ਹੀ ਸਰਗੁਣ ਸਵਰੂਪ ਵੀ ਹੈ ਤੇ ਆਪ ਹੀ ਨਿਰਗੁਣ ਸਵਰੂਪ ਵੀ ਹੈ। ਹਾਂਜੀ। ਆਪੇ ਸੁਰਤਾ ਆਪੇ ਜਾਨ। ਆਪ ਹੀ ਸੁਰਤਾ ਹੈ, ਸੁਣਨ ਵਾਲਾ ਹੈ, ਆਪਣਾ ਉਪਦੇਸ਼ ਕਰਨ ਵਾਲੇ ਵੀ ਸਹਿਬ ਆਪ ਨੇ। ਮਹਾਂਪੁਰਸ਼ ਕਹਿੰਦੇ ਆ ਪ੍ਰਬੁੱਧ ਚੇਤਨ ਹੋ ਕੇ ਵਾਹਿਗੁਰੂ ਜੀ ਉਪਦੇਸ਼ ਦਿੰਦੇ ਹਨ ਗੁਰੂਦੇਵ, ਤੇ ਆਪ ਪ੍ਰਬੁੱਧ ਚੇਤਨ ਹੋ ਕੇ ਉਪਦੇਸ਼ ਨੂੰ ਸੁਣਦੇ ਹਨ। ਆਪ ਹੀ ਸੁਣਨ ਵਾਲੇ ਸੁਰਤਾ ਹਨ, ਉਪਦੇਸ਼ ਸੁਣਨ ਵਾਲੇ, ਆਪਣੇ ਆਪ ਨੂੰ ਜਾਣਨ ਵਾਲੇ ਵੀ ਆਪ ਹੀ ਹਨ। ਵਾਹਿਗੁਰੂ ਨੂੰ ਜਾਣਨ ਵਾਲਾ ਕੌਣ ਹੈ? ਬੰਦਾ ਤਾਂ ਨਹੀਂ ਵਾਹਿਗੁਰੂ ਨੂੰ ਜਾਣ ਸਕਦਾ। ਜਿਹੜਾ ਬੰਦਾ ਜਾਣ ਲੈਂਦਾ ਫਿਰ ਉਹ ਬੰਦਾ ਰਹਿੰਦਾ ਹੀ ਨਹੀਂ, ਉਹਦਾ ਰੂਪ ਹੋ ਗਿਆ ਨਾ। ਫਿਰ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਆਪਣੇ ਆਪ ਨੂੰ ਆਪ ਹੀ ਜਾਣਦਾ ਹੈ। ਐਸਾ ਉਸ ਦਾ ਸਵਰੂਪ ਹੈ। ਆਪੇ ਕਰ ਕਰ ਵੇਖੈ ਤਾਣ। ਆਪਣੀ ਸ਼ਕਤੀ ਦੁਆਰਾ, ਤਾਣ ਸ਼ਕਤੀ ਦੁਆਰਾ, ਬਲ ਦੁਆਰਾ ਸਾਰੇ ਜਗਤ ਨੂੰ ਕਰ ਕਰਕੇ ਸਾਰਿਆਂ ਦੀ ਸੰਭਾਲ ਵੀ ਕਰਦਾ, ਵੇਖਦਾ ਵੀ ਹੈ। ਆਪਣੇ ਤਾਣ ਨਾਲ ਕਰਕੇ ਸਾਰਿਆਂ ਨੂੰ, ਫਿਰ ਸਭ ਨੂੰ ਵੇਖਦਾ। ਐਸਾ ਨਹੀਂ ਵੀ ਪੈਦਾ ਕਰਕੇ ਛੱਡ ਦਿੱਤੇ, ਬਣਾ ਕੇ ਸਾਰਿਆਂ ਨੂੰ, ਫਿਰ ਸਾਰਿਆਂ ਨੂੰ ਵੇਖਦਾ ਹੈ, ਸਾਰਿਆਂ ਦੀ ਸਾਰ ਸੰਭਾਲ ਵੀ ਕਰਦਾ ਹੈ। ਓ ਦਾਤਾ ਨਾਮ ਪਰਵਾਨ। ਮਹਾਰਾਜ ਜੀ ਤੁਸੀਂ ਦਾਤੇ ਹੋ,
ਜਿਨ੍ਹਾਂ ਨੂੰ ਤੁਸੀਂ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਦੇ ਹੋ, ਉਹ ਤੁਹਾਡੇ ਦਰ ਤੇ ਪ੍ਰਵਾਨ ਹੋ ਜਾਂਦੇ ਹਨ। ਉਹਨਾਂ ਦਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਪ੍ਰਵਾਨ ਹੋ ਜਾਂਦਾ ਹੈ। ਮਹਾਰਾਜ, ਜਿਨ੍ਹਾਂ ਨੂੰ ਤੁਸੀਂ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹੋ, ਐਸਾ ਨਾਮ ਨਿਰੰਜਨ ਦੇਓ। ਵਾਹਿਗੁਰੂ ਜੀ, ਤੁਹਾਡਾ ਨਾਮ ਐਸਾ ਹੈ ਜੋ ਨਿਰੰਜਨ ਮਾਇਆ ਦੀ ਕਾਲਖ ਤੋਂ ਰਹਿਤ ਦੇਵ ਪ੍ਰਕਾਸ਼ ਰੂਪ ਹੈ। ਐਸਾ ਨਾਮ ਹੈ ਜੋ ਨਿਰੰਜਨ ਹੈ। ਨਿਰੰਜਨ ਦਾ ਮਤਲਬ ਜਿਸ ਨੂੰ ਮਾਇਆ ਦੀ ਕਾਲਖ ਨਹੀਂ ਵਿਆਪਦੀ। ਦਿਓ ਪ੍ਰਕਾਸ਼ ਰੂਪ ਨਾਮ ਪ੍ਰਕਾਸ਼ ਕਰਦਾ ਹੈ। ਨਾਮ ਜਪਤ ਕੋਟ ਸੂਰ ਉਜਾਰ। ਨਾਮ ਜਪਦਿਆਂ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਿਉਂਕਿ ਨਾਮ ਹੈ ਹੀ ਪ੍ਰਕਾਸ਼ ਰੂਪ। ਮਹਾਰਾਜ, ਤੁਹਾਡਾ ਨਾਮ ਐਸਾ ਹੈ। ਹਉ ਜਾਚਕ ਤੂੰ ਅਲਖ ਆਪਿਓ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਦਰ ਦਾ ਜਾਚਕ ਹਾਂ, ਮੰਗਤਾ ਹਾਂ। ਨਾਮ ਦੀ ਦਾਤ ਹੀ ਮੰਗਦਾ ਤੁਹਾਡੇ ਚਰਨਾਂ 'ਚੋਂ। ਤੁਸੀਂ ਨਾ ਜਾਣਨ ਵਾਲੇ, ਨਾ ਜਾਣੇ ਜਾਣ ਵਾਲੇ ਅਲਖ ਆਪਿਓ ਹੋ, ਭੇਦ ਤੋਂ ਰਹਿਤ ਹੋ। ਹਾਂਜੀ। ਰਹਾਉ ਮਾਇਆ ਮੋਹ ਧਰ ਕਟੀ ਨਾਰ। ਇਹ ਜਿਹੜਾ ਮਾਇਆ ਦਾ ਮੋਹ ਹੈ ਨਾ, ਮਾਇਆ ਦੀ ਮਮਤਾ, ਇਹਨੂੰ ਇਸ ਤਰ੍ਹਾਂ ਸਮਝ ਲਓ ਵੀ ਇਹ ਜਿਹੜੀ ਮਾਇਆ ਹੈ, ਇਹ ਧਰਕਟੀ ਨਾਰ ਹੈ। ਵੀ ਇਹਦੀ ਇੱਕ ਧਿਰ ਨਹੀਂ, ਇਹਦਾ ਇੱਕ ਖਸਮ ਨਹੀਂ ਹੈ, ਨਖਸਮੀ ਹੈ, ਵਿਭਚਾਰਣੀ ਕਹਿ ਸਕਦੇ ਇਹਨੂੰ। ਇੱਕ ਮਾਲਕ ਮਰਦਾ, ਇਹਦਾ ਦੂਜਾ ਤਿਆਰ ਹੁੰਦਾ, ਦੂਜਾ ਮਰਦਾ, ਤੀਜਾ ਤਿਆਰ ਹੁੰਦਾ। ਦੁਨੀਆ ਵਿੱਚ ਇੱਕੋ ਇੱਕ ਐਸੀ ਇਸਤਰੀ ਹੈ ਜਿਸ ਦਾ ਖਸਮ ਮਰੇ ਤੇ ਉਹ ਰੋਂਦੀ ਨਹੀਂ, ਉਹ ਹੈ ਮਾਇਆ। ਇਹ ਧਰਕਟੀ ਨਾਰ ਹੈ, ਵਿਭਚਾਰਣੀ ਇਸਤਰੀ ਹੈ। ਪੁੰਡੇ ਕਾਮਣ ਕਾਮਣਿਆਰ। ਪੁੰਡੀ ਕਹਿੰਦੇ ਨੇ ਭੈੜੀ ਨੂੰ, ਇਹ ਬੜੀ ਭੈੜੀ ਹੈ, ਟੂਣੇ ਕਰਦੀ ਹੈ। ਕਾਮਣ ਕਾਮਣਿਆਰ, ਜਿਹੜੀਆਂ ਇਸਤਰੀਆਂ ਟੂਣੇ ਟਾਮਣ ਕਰਦੀਆਂ ਫਿਰਦੀਆਂ ਸੰਸਾਰ ਦੇ ਵਿੱਚ, ਉਹਨਾਂ ਇਸਤਰੀਆਂ ਨੂੰ ਲੋਕ ਭੈੜੀ ਇਸਤਰੀ ਕਹਿੰਦੇ ਆ। ਟੂਣੇ ਟਾਮਣਾ ਵਾਲੀਆਂ ਬੜੀਆਂ ਇਸਤਰੀਆਂ ਸੰਸਾਰ 'ਚ ਫਿਰਦੀਆਂ ਨੇ, ਪਰ ਸਭ ਤੋਂ ਵੱਡੀ ਭੈੜੀ ਟੂਣੇ ਕਰਨ ਵਾਲੀ ਜਾਦੂਗਰਨੀ, ਉਹ ਹੈ ਇਹ ਮਾਇਆ। ਇਹ ਵੀ ਟੂਣਾ ਕਰਦੀ ਹੈ, ਕਈ ਤਰ੍ਹਾਂ ਦੇ ਟੂਣੇ ਕਰਕੇ ਜੀਵ ਨੂੰ ਮੋਹ ਲੈਂਦੀ ਹੈ। ਕਦੇ ਕੁਝ ਵਿਖਾਉਂਦੀ ਹੈ, ਕਦੇ ਕੁਝ ਵਿਖਾਉਂਦੀ ਹੈ। ਏਦਾਂ ਇਹ ਜਾਦੂਗਰਨੀ ਹੈ, ਬੜੀ ਭੈੜੀ ਕਾਮਣ ਹੈ, ਟੂਣੇ ਪਾ ਕੇ ਜੀਵਾਂ ਨੂੰ ਮੋਹ ਲੈਂਦੀ ਹੈ। ਰਾਜ ਰੂਪ ਝੂਠਾ ਦਿਨ ਚਾਰ। ਇਹ ਰਾਜ ਭਾਗ ਜਿਹੜਾ ਸੰਸਾਰ ਦਾ ਰੂਪ, ਇਹ ਝੂਠਾ 4 ਦਿਨਾਂ ਦਾ ਹੈ। ਬੰਦਾ ਉਦਾਂ ਹੀ ਗਰੂਰ ਕਰਦਾ ਹੈ। ਆ ਤੁਸੀਂ ਆਮ ਸਮਾਜ 'ਚ ਵੇਖਿਆ ਹੋਣਾ, ਕਿਸੇ ਕੋਲ ਰਾਜ ਸੱਤਾ ਹੁੰਦੀ ਨਾ, ਜਦੋਂ ਉਹ ਕਹਿੰਦਾ ਵੀ ਮੈਂ ਤਾਂ ਬੰਦੇ ਨੂੰ ਬੰਦਾ ਨਹੀਂ ਗਿਣਦਾ। ਜਦੋਂ ਰਾਜ ਸੱਤਾ ਚਲੀ ਜਾਂਦੀ ਹੈ, ਲੋਕਾਂ ਦੇ ਪੈਰਾਂ 'ਚ ਬੈਠੇ ਨਜ਼ਰ ਆਉਣਗੇ ਤੁਹਾਨੂੰ, ਕਿਉਂਕਿ ਇਹ ਰਾਜ ਕੋਈ ਸदैवी ਨਹੀਂ ਹੈ। ਜੇ ਮਨੁੱਖ ਨੂੰ ਸਮਝ ਆ ਜੇ ਵੀ ਇਹ ਸदैवी ਨਹੀਂ, ਜਿੰਨਾ ਚਿਰ ਮੈਨੂੰ ਮਿਲਿਆ ਮੈਂ ਲੋਕਾਂ ਦਾ ਭਲਾ ਕਰ ਲਵਾਂ ਤੇ ਚੰਗੀ ਗੱਲ ਹੈ, ਪਰ ਉਸ ਪਾਸੇ ਬਿਰਤੀ ਨਹੀਂ ਆਉਂਦੀ ਇਹਨਾਂ ਦੀ। ਕਹਿੰਦੇ ਸਾਡਾ ਭਲਾ ਕਿਵੇਂ ਹੋਵੇ, ਸਾਡੀਆਂ ਪੁਸ਼ਤਾਂ ਦਾ ਭਲਾ ਕਿਵੇਂ ਹੋਵੇ, ਮੇਰੀਆਂ ਪੀੜ੍ਹੀਆਂ ਵੀ ਰੱਜ ਕੇ ਖਾਉਂਦੀਆਂ ਰਹਿਣ। ਇਹਨਾਂ ਦੀ ਬਿਰਤੀ ਤਾਂ ਉੱਥੇ ਆ ਨਾ। ਲੋਕ ਪੈਂਦੇ ਆ ਖੂਹ ਖਾਤੇ ਡਿੱਗਣ, ਇਹਨਾਂ ਦੀਆਂ ਨਸਲਾਂ ਉਜੜਦੀਆਂ ਨੇ। ਉਜੜਨ, ਮੇਰੀ ਨਸਲ ਬਚਣੀ ਚਾਹੀਦੀ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ, ਭਾਈ ਇਹ ਜਿਹੜਾ ਰਾਜ ਭਾਗ ਹੈ ਨਾ ਸੰਸਾਰ ਦਾ, ਇਹ 4 ਦਿਨਾਂ ਦਾ ਹੈ। ਰੂਪ ਇਹ ਕਿਹੜਾ ਸदैवी ਰਹਿੰਦਾ, ਬਹੁਤਿਆਂ ਨੂੰ ਇਹਦਾ ਹੀ ਗਰੂਰ ਹੁੰਦਾ, ਚੁੱਕੀ ਫਿਰਦੇ ਆ ਮੇਰੇ ਰੂਪ ਜਿਹਾ ਰੂਪ ਨਹੀਂ ਕਿਸੇ ਦਾ। ਇਹ ਵੀ 4 ਦਿਨਾਂ ਦਾ ਹੈ। ਇਹ ਰੂਪ ਝੁਰੜੀਆਂ ਵਿੱਚ ਜਦੋਂ ਤਬਦੀਲ ਹੋ ਜਾਂਦਾ ਤੇ ਕੋਝਾ ਹੋ ਜਾਂਦਾ ਹੈ। ਇਹ ਸदैवी ਇੱਕੋ ਜਿਹਾ ਨਹੀਂ ਨਾ ਰਹਿੰਦਾ। ਇਹ ਵੀ 4 ਦਿਨਾਂ ਦਾ ਹੈ। ਹਾਂਜੀ।
ਨਾਮ ਮਿਲੈ ਚਾਨਣ ਅੰਧਿਆਰ। ਰਾਜ ਤੇ ਰੂਪ ਦੇ ਝੂਠੇ ਮਾਣ ਦੇ ਵਿੱਚ ਆਪਣੀ ਜ਼ਿੰਦਗੀ ਨਾ ਬਸਰ ਕਰੀ। ਅਰਦਾਸ ਕਰਕੇ ਪਰਮੇਸ਼ਰ ਜੀਓ ਸਾਨੂੰ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ੋ। ਜੇ ਤੈਨੂੰ ਨਾਮ ਮਿਲ ਜਾਏ ਤਾਂ ਤੇਰੇ ਅੰਧਿਆਰੇ ਜੀਵਨ 'ਚ ਚਾਨਣਾ ਹੋ ਸਕਦਾ ਹੈ। ਤੇਰੇ ਅੰਧਕਾਰ ਭਰੇ ਜੀਵਨ ਦੇ ਵਿੱਚ ਰੌਸ਼ਨੀ ਹੋ ਸਕਦੀ ਹੈ ਜੇ ਤੈਨੂੰ ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੋ ਜਾਏ। ਝੱਖ ਛੋਟੀ ਸਹਸਾ ਨਹੀਂ ਕੋਏ। ਕਹਿੰਦੇ ਅਸੀਂ ਇਸ ਮਾਇਆ ਨੂੰ ਚੰਗੀ ਤਰ੍ਹਾਂ ਜੋ ਕੇ ਵੇਖ ਲਿਆ। ਇੱਕ ਹੁੰਦਾ ਨਾ ਸੁਣੀ ਸੁਣਾਈ ਬਾਤ ਹੁੰਦੀ ਹੈ। ਕਹਿੰਦੇ ਮੈਂ ਵੇਖਿਆ ਚੰਗੀ ਤਰ੍ਹਾਂ, ਇਹਨੂੰ ਪਰਖ ਕੇ ਜੋ ਕੇ ਚੱਖ ਕੇ ਚੰਗੀ ਤਰ੍ਹਾਂ ਵੇਖ ਲਿਆ। ਇਹਦੇ ਪ੍ਰਤੀ ਹੁਣ ਮੇਰੇ ਮਨ 'ਚ ਕੋਈ ਤੋਖਲਾ ਨਹੀਂ ਰਿਹਾ, ਕੋਈ ਸਹਿਸਾ ਨਹੀਂ ਰਿਹਾ। ਮੈਂ ਇਹਦੇ ਅਸਲ ਸਵਰੂਪ ਨੂੰ ਜਾਣ ਲਿਆ, ਬੁੱਝ ਲਿਆ। ਬਾਪ ਦਿਸੈ ਵੇ ਜਾਤ ਨਾ ਹੋਏ। ਇਸ ਬੱਚੇ ਦਾ ਪਿਓ ਦੇ ਸਿਰ ਤੇ ਬੈਠਾ ਹੋਵੇ ਤੇ ਉਸ ਬੱਚੇ ਨੂੰ ਵਿਜਾਤ ਨਹੀਂ ਕਿਹਾ ਜਾਂਦਾ। ਇਸੇ ਤਰ੍ਹਾਂ ਹੈ ਵਾਹਿਗੁਰੂ, ਆਪਣੇ ਜਿਨ੍ਹਾਂ ਸੇਵਕਾਂ ਦੇ ਸਿਰਾਂ ਉੱਤੇ ਤੁਸੀਂ ਸੁਆਮੀ ਬੈਠੇ ਹੋ ਉਹਨਾਂ ਨੂੰ ਨਿਖਸਮੇ ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਦੇ ਸਿਰਾਂ ਉੱਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਸੁਭਾਏ ਮਾਨ ਹੋ, ਖਸਮ ਬਣ ਕੇ, ਮਾਲਕ ਬਣ ਕੇ, ਤੁਹਾਡੇ ਉਹਨਾਂ ਸੇਵਕਾਂ ਨੂੰ ਨਖਸਮਾ ਨਹੀਂ ਕਿਹਾ ਜਾ ਸਕਦਾ। ਜਿਨ੍ਹਾਂ ਦੇ ਗੁਰੂ ਗੁਰੂ ਨਾਨਕ ਸਾਹਿਬ ਹਨ ਭਾਈ, ਉਹਨਾਂ ਨੂੰ ਕਦੇ ਨਖਸਮਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹਨਾਂ ਦੇ ਸਿਰ ਉੱਤੇ ਉਹਨਾਂ ਦੇ ਸੁਆਮੀ ਜੀ ਸੁਭਾਏ ਮਾਨ ਹਨ। ਏਕੇ ਕਉ ਨਾਹੀ ਭਾਉ ਕੋਏ। ਜਿਨ੍ਹਾਂ ਨੇ ਇੱਕ ਤੇ ਨਿਸ਼ਚਾ ਕਰ ਲਿਆ ਨਾ, ਇੱਕ ਨੂੰ ਜਾਣ ਲਿਆ, ਇੱਕ ਨੂੰ ਜਾਣਨ ਤੋਂ ਬਾਅਦ ਉਹਨਾਂ ਦੇ ਹਿਰਦੇ 'ਚ ਕੋਈ ਡਰ ਤੇ ਕੋਈ ਭਉ ਨਹੀਂ ਰਹਿ ਜਾਂਦਾ। ਉਹ ਨਿਰਭਉ ਹੋ ਜਾਂਦੇ ਹਨ। ਜਦੋਂ ਇੱਕ ਤੋਂ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਤੇ ਫਿਰ ਡਰ ਕਿਹਦਾ ਮੰਨਣਾ? ਕੋਈ ਦੂਜਾ ਹੋਵੇਗਾ ਤੇ ਉਹਦਾ ਡਰ ਹੋਵੇਗਾ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਡਰ ਕਦੋਂ ਹੁੰਦਾ? ਜਦੋਂ ਦੂਜਾ ਹੋਵੇ, ਤੀਜਾ ਹੋਵੇ। ਜਦੋਂ ਹੋਵੇ ਹੀ ਇਕੱਲਾ ਇੱਕ ਤੇ ਫਿਰ ਦੂਜਾ ਹੈ ਹੀ ਨਹੀਂ ਕੋਈ, ਫਿਰ ਡਰ ਕਿਸ ਦਾ ਹੈ? ਹਾਂਜੀ, ਕਰਤਾ ਕਰੇ ਕਰਾਵੇ ਸੋਏ। ਜਿਹੜਾ ਪਹਿਲਾਂ ਕਰਤਾ ਭੋਗਤਾ ਆਪ ਬਣਿਆ ਹੋਇਆ ਸੀ ਨਾ, ਵੀ ਮੈਂ ਕਰਦਾ ਤੇ ਮੈਂ ਕਰਾਉਣਾ, ਕਹਿੰਦੇ ਉਹਦੀ ਬਿਰਤੀ ਜਦੋਂ ਇੱਕ ਵਿੱਚ ਸੁਨਿਸ਼ਚਿਤ ਹੋ ਗਈ, ਉਹਨੇ ਆਖਿਆ ਸਭ ਕੁਝ ਕਰਨ ਵਾਲਾ ਤੇ ਕਰਾਉਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਹਾਂਜੀ, ਸ਼ਬਦ ਮੂਏ ਮਨ ਤੇ ਮਾਰਿਆ। ਜਿਹੜੇ ਸਤਿਗੁਰਾਂ ਦੇ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰ ਲੈਂਦੇ ਹਨ, ਆਪਣੀ ਮੈਂ ਮੇਰੀ ਨੂੰ ਸਤਿਗੁਰਾਂ ਦੇ ਸ਼ਬਦ ਦਾ ਮਨਨ ਕਰਕੇ, ਸ਼ਬਦ ਮੰਨੋਗੇ ਫਿਰ ਮਨ ਮਰੇਗਾ। ਸਤਿਗੁਰਾਂ ਦੇ ਸ਼ਬਦ ਦੁਆਰਾ ਜਦੋਂ ਇਹ ਮਨ ਮੰਨ ਕੇ ਬੁਰੇ ਪਾਸਿਓਂ ਭੈੜੇ ਪਾਸਿਓਂ ਮਰ ਜਾਵੇਗਾ, ਠਾਕ ਰਹੇ ਮਨ ਸਾਚੈ ਧਾਰਿਆ। ਕਹਿੰਦੇ ਫਿਰ ਇਹ ਮਨ ਟਿਕ ਜਾਏਗਾ ਜਦੋਂ ਸੱਚ ਨੂੰ ਧਾਰਨ ਕਰੇਗਾ। ਜਦੋਂ ਸੱਚ ਨੂੰ ਗ੍ਰਹਿਣ ਕਰੇਗਾ ਫਿਰ ਇਹ ਮਨ ਟਿਕ ਜਾਏਗਾ, ਇਕਾਗਰ ਹੋ ਜਾਏਗਾ। ਅਵਰ ਨਾ ਸੂਝੈ ਗੁਰ ਕਉ ਵਾਰਿਆ। ਕਹਿੰਦੇ ਮੈਨੂੰ ਹੁਣ ਕੋਈ ਹੋਰ ਨਹੀਂ ਸੁਝਦਾ ਆਪਣੇ ਗੁਰੂ ਤੋਂ ਬਿਨਾ। ਮੈਂ ਆਪਣੇ ਗੁਰੂ ਤੋਂ ਵਾਰੇ ਜਾਂਦਾ ਹਾਂ, ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ। ਨਾਨਕ ਨਾਮ ਰਤੇ ਨਿਸਤਾਰਿਆ। ਧੰਨ ਗੁਰੂ ਨਾਨਕ ਸਾਹਿਬ ਜਗਤ ਗੁਰੂ ਪਾਤਸ਼ਾਹ ਫਰਮਾਉਂਦੇ ਹਨ, ਜਿਹੜੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਰੰਗੇ ਗਏ ਨੇ, ਉਹਨਾਂ ਨੂੰ ਸਾਹਿਬ ਨੇ ਇਸ ਭਵ ਸਾਗਰ ਤੋਂ ਪਾਰ ਉਤਾਰ ਦਿੱਤਾ ਹੈ। ਇਹ ਸਤਿਗੁਰੂ ਜੀ ਦੇ ਲੜੀਵਾਰ ਬਚਨ ਹਨ ਜੋ ਆਪਾਂ ਵਿਚਾਰ ਰਹੇ ਹਾਂ। ਵਿਚਾਰਾਂ ਸਤਿਗੁਰੂ ਜੀ ਨੇ ਕਰਵਾਈਆਂ ਹਨ, ਸਾਡੀ ਕੋਈ ਤਾਕਤ ਨਹੀਂ, ਤਾਣ ਨਹੀਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ। ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਤ ਬੁੱਧੀ ਤੇ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।